गुरु नानक आमद नारायण स्वरूप, हमाना निरंजन निरंकार रूप। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਪਿਤਾ ਸ੍ਰੀ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ। ਆਪ ਜੀ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਜੀ ਹੈ, ਜੋ ਆਪ ਜੀ ਤੋਂ ਉਮਰ ਵਿੱਚ 5 ਸਾਲ ਵੱਡੇ ਸਨ। 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲੇ ਦੇ ਰਹਿਣ ਵਾਲੇ ਸ੍ਰੀ ਮੂਲਚੰਦ ਜੀ ਦੀ ਧੀ ਸੁਲੱਖਣੀ ਜੀ ਨਾਲ ਹੋਇਆ, ਜਿਨ੍ਹਾਂ ਦੇ ਉਦਰ ਤੋਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਹਿੰਦੁਸਤਾਨ ਦੇ ਹਾਲਾਤ ਬਹੁਤ ਹੀ ਮਾੜੇ ਸਨ। ਹਰ ਪਾਸੇ ਜ਼ੁਲਮ ਦਾ ਹੀ ਰਾਜ ਸੀ। ਸਮੇਂ ਦੀ ਹਕੂਮਤ ਆਮ ਸਿੱਧੀ ਸਾਦੀ ਜਨਤਾ ਨੂੰ ਲੁੱਟ ਰਹੀ ਸੀ। ਕਾਜ਼ੀ, ਜਿਨ੍ਹਾਂ ਦੇ ਹੱਥ ਨਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਰਿਸ਼ਵਤ ਲੈ ਕੇ ਗਲਤ ਫੈਸਲੇ ਕਰ ਰਹੇ ਸਨ। ਧਰਮ ਅਤੇ ਨਿਆਂ ਨਾਮ ਦੀ ਕੋਈ ਚੀਜ਼ ਨਹੀਂ ਸੀ। ਹਿੰਦੂ ਸਮਾਜ ਵਿੱਚ ਜਾਤ ਪਾਤ ਪ੍ਰਚਲਿਤ ਸੀ। ਨੀਵੀਂ ਜਾਤੀ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਲੋਕਾਂ ਦੀ ਰੱਖਿਆ ਕਰਨ ਵਾਲੇ ਹਾਕਮ ਉਲਟਾ ਉਹਨਾਂ ਤੇ ਹੀ ਜ਼ੁਲਮ ਕਰ ਰਹੇ ਸਨ। ਸਭ ਪਾਸੇ ਲੁੱਟ ਕਸੁੱਟ ਅਤੇ ਕੂੜ ਦਾ ਹੀ ਬੋਲਬਾਲਾ ਸੀ, ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਅੰਦਰ ਕੀਤਾ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਅਤੇ ਅਮਲੀ ਤੌਰ ਤੇ ਸਮਾਜ ਦੇ ਸਾਹਮਣੇ ਪਖੰਡਾਂ, ਵਿਅਰਥ ਦੇ ਰਸਮੋ ਰਿਵਾਜਾਂ ਅਤੇ ਝੂਠ ਦੇ ਪਾਜ ਨੂੰ ਉਗਾੜਿਆ। ਗੁਰੂ ਜੀ ਨੇ ਬਗੈਰ ਕਿਸੇ ਡਰ ਦੇ ਜ਼ੁਲਮ ਵਿਰੁੱਧ ਆਵਾਜ਼ ਚੁੱਕੀ। ਗੁਰੂ ਜੀ ਦੇ ਆਗਮਨ ਨਾਲ 15ਵੀਂ ਸਦੀ ਵਿੱਚ ਇੱਕ ਨਵੀਂ ਰੌਸ਼ਨੀ ਦਾ ਆਗਾਜ਼ ਹੋਇਆ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰਣ ਵੰਡ ਅਤੇ ਭੇਦਭਾਵ ਵਰਗੇ ਕੋਹੜ ਨੂੰ ਸੰਗਤ ਅਤੇ ਪੰਗਤ ਵਰਗੇ ਆਦਰਸ਼ਾਂ ਨਾਲ ਦੂਰ ਕੀਤਾ। ਗੁਰੂ ਜੀ ਨੇ ਉਸ ਵੇਲੇ ਪ੍ਰਚਲਿਤ ਜਨੇਊ ਦੀ ਮਰਿਆਦਾ, ਜੋ ਕਿ ਸਿਰਫ ਕਰਮ ਕਾਂਡਾਂ ਤੱਕ ਹੀ ਸੀਮਿਤ ਸੀ, ਨੂੰ ਨਕਾਰਿਆ ਹੀ ਨਹੀਂ, ਸਗੋਂ ਆਪਣੇ ਇਹਨਾਂ ਬਚਨਾਂ ਦੁਆਰਾ ਪੁਨਰ ਪ੍ਰਭਾਸ਼ਿਤ ਵੀ ਕੀਤਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤਵਟ, ਇਹੋ ਜਨੇਊ ਜੀ ਕਾ ਹਈ ਤ ਭਾਂਡੇ ਕਤ। ਸ੍ਰੀ ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਨੁੱਖੀ ਜੀਵਨ ਜਾਚ ਦੇ ਮੁੱਖ ਸਿਧਾਂਤ ਮਨੁੱਖੀ ਬਰਾਬਰੀ, ਸੱਚਾ ਆਚਰਣ, ਮਨੁੱਖੀ ਏਕਤਾ ਅਤੇ ਭਾਈਚਾਰਾ, ਪ੍ਰੇਮ ਭਾਵ ਤੇ ਆਪ ਜੀ ਦੁਆਰਾ ਦਿੱਤੇ 3 ਮੁੱਖ ਸਿਧਾਂਤ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਹਨ। ਗੁਰੂ ਜੀ ਦਾ ਸਿਧਾਂਤ ਕੇਵਲ ਇੱਕੋ ਪਰਮਾਤਮਾ ਨੂੰ ਮੰਨਣਾ ਸੀ, ਜੋ ਹਰ ਥਾਂ ਬਿਰਾਜਮਾਨ ਹੈ ਅਤੇ ਹਰ ਦਿਲ ਵਿੱਚ ਉਸ ਦਾ ਹੀ ਵਾਸਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਿਤ ਬਾਣੀਆਂ ਵਿੱਚੋਂ ਸਭ ਤੋਂ ਪਹਿਲੀ ਜਪ ਬਾਣੀ ਵਿੱਚ ਗੁਰੂ ਜੀ ਨੇ ਉਸ ਇੱਕੋ ਕਰਤਾ ਪੁਰਖ ਬਾਰੇ ਹੀ ਚਾਨਣਾ ਪਾਇਆ ਹੈ, ਜੋ ਸਦੀਵੀ ਅਤੇ ਕਾਲ ਰਹਿਤ ਹੈ। ਜਪ ਬਾਣੀ ਦੇ ਆਰੰਭ ਵਿੱਚ ਹੀ ਗੁਰੂ ਜੀ ਨੇ ਮੂਲ ਮੰਤਰ ਵਿੱਚ ਏਕ ਓਂਕਾਰ ਤੋਂ ਗੁਰ ਪ੍ਰਸਾਦ ਤੱਕ ਉਸ ਅਕਾਲ ਪੁਰਖ ਬਾਰੇ ਸਪਸ਼ਟ ਤੌਰ ਤੇ ਦੱਸਿਆ ਹੈ। ਆਪ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਹੀ ਪਰਮ ਸੱਚ ਨਾਲ ਇਕਮਿਕ ਹੋਣ ਬਾਰੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 22 ਵਾਰਾਂ ਵਿੱਚੋਂ 3 ਵਾਰਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹਨ ਅਤੇ ਆਪ ਜੀ ਦੁਆਰਾ ਰਚਿਤ 974 ਸ਼ਬਦ 19 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਲਬਧ ਹਨ। ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਜਪ, ਆਸਾ ਕੀ ਵਾਰ, ਅਲਾਹਣੀਆਂ, ਕੁਚੱਜੀ, ਸੁਚੱਜੀ, ਪੱਟੀ, ਆਰਤੀ, ਦੱਖਣੀ ਓਂਕਾਰ, 12 ਮਾਹ ਤੁਖਾਰੀ, ਸਿੱਧ ਗੋਸ਼ਟ ਆਦਿ ਹਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਟਕੀ ਲੋਕਾਈ ਨੂੰ ਸਿੱਧੇ ਰਾਹ ਪਾਉਣ ਲਈ ਤੇ ਧਰਮ ਪ੍ਰਚਾਰ ਲਈ 4 ਪ੍ਰਮੁੱਖ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ 4 ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਉਦਾਸੀਆਂ ਵਿੱਚ ਆਪ ਜੀ ਨੇ ਲੋਕਾਂ ਨੂੰ ਕਰਮ ਕਾਂਡਾਂ, ਅੰਧ ਵਿਸ਼ਵਾਸਾਂ, ਗਲਤ ਰੀਤਾਂ ਰਸਮਾਂ ਤੋਂ ਹਟਾ ਕੇ ਇੱਕ ਪ੍ਰਭੂ ਦੀ ਭਗਤੀ ਕਰਨ ਵੱਲ ਲਾਇਆ। ਆਪ ਜੀ ਨੇ ਲਗਭਗ 20 ਸਾਲ ਯਾਤਰਾਵਾਂ ਕੀਤੀਆਂ ਤੇ ਹਰ ਇੱਕ ਯਾਤਰਾ ਤੋਂ ਬਾਅਦ ਆਪ ਜੀ ਵਾਪਸ ਪੰਜਾਬ ਮੁੜਦੇ ਸਨ। ਸਾਰੇ ਭਾਰਤ ਤੋਂ ਇਲਾਵਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼੍ਰੀਲੰਕਾ, ਮੱਕਾ, ਇਰਾਕ, ਈਰਾਨ ਤੇ ਅਫਗਾਨਿਸਤਾਨ ਦੀ ਵੀ ਯਾਤਰਾ ਕੀਤੀ ਤੇ ਹਰ ਥਾਂ ਤੇ ਗੁਰੂ ਜੀ ਨਾਲ ਸੰਬੰਧਿਤ ਗੁਰੂ ਘਰ ਵੀ ਮੌਜੂਦ ਹਨ। ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਦੇ ਸਾਥੀ ਭਾਈ ਮਰਦਾਨਾ ਜੀ ਹਮੇਸ਼ਾ ਆਪ ਜੀ ਦੇ ਨਾਲ ਰਹੇ ਤੇ ਜਦੋਂ ਵੀ ਗੁਰੂ ਜੀ ਕੀਰਤਨ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਭਾਈ ਮਰਦਾਨਾ ਜੀ ਉਮਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ 10 ਸਾਲ ਵੱਡੇ ਸਨ। ਛੋਟੀ ਉਮਰ ਵਿੱਚ ਹੀ ਭਾਈ ਮਰਦਾਨਾ ਜੀ ਨੇ ਰਾਗ ਵਿਦਿਆ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਜਦੋਂ ਭਾਈ ਮਰਦਾਨਾ ਜੀ ਦਾ ਮੇਲ ਬਾਲ ਗੁਰੂ ਜੀ ਨਾਲ ਹੋਇਆ ਤਾਂ ਉਹਨਾਂ ਨੇ ਮਰਦਾਨਾ ਜੀ ਨੂੰ ਆਪਣਾ ਪੱਕਾ ਸਾਥੀ ਬਣਾ ਲਿਆ।
ਉਸ ਵੇਲੇ ਵਰਨ ਵੰਡ ਦਾ ਬਹੁਤ ਜ਼ੋਰ ਸੀ ਤੇ ਭਾਈ ਮਰਦਾਨਾ ਜੀ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਸਨ। ਉੱਚੀ ਜਾਤ ਵਾਲੇ ਲੋਕ ਨੀਵੀਂ ਜਾਤੀ ਵਾਲਿਆਂ ਨਾਲ ਬੜੀ ਨਫ਼ਰਤ ਕਰਦੇ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨਫ਼ਰਤ ਦੂਰ ਕਰਨ ਲਈ ਹੀ ਮਰਦਾਨਾ ਜੀ ਨੂੰ ਭਾਈ ਸ਼ਬਦ ਨਾਲ ਨਿਵਾਜਿਆ ਤੇ ਆਪਣਾ ਪੱਕਾ ਤੇ ਸਦਾ ਦਾ ਸਾਥੀ ਬਣਾ ਲਿਆ। ਇਸ ਤਰ੍ਹਾਂ ਗੁਰੂ ਜੀ ਦੁਆਰਾ ਸਮਾਜ ਸੁਧਾਰ ਦੀ ਪਹਿਲੀ ਲਹਿਰ ਤਲਵੰਡੀ ਵਿੱਚੋਂ ਹੀ ਆਰੰਭ ਹੋਈ। ਭਾਰਤੀ ਸਮਾਜ ਵਿੱਚ ਇਸਤਰੀ ਨੂੰ ਸਨਮਾਨ ਤੇ ਬਰਾਬਰੀ ਦਾ ਦਰਜਾ ਦੇਣ ਦੀ ਪਹਿਲ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਕੀਤੀ। ਗੁਰੂ ਜੀ ਨੇ ਸਮਾਜ ਵਿੱਚ ਇਸਤਰੀ ਨੂੰ ਸਿਰਫ ਸਤਿਕਾਰ ਹੀ ਨਹੀਂ ਦਿਵਾਇਆ, ਸਗੋਂ ਔਰਤ ਨਾਲ ਹੋ ਰਹੀ ਬੇਇਨਸਾਫੀਆਂ ਦਾ ਵਿਰੋਧ ਵੀ ਕੀਤਾ। ਗੁਰੂ ਪਾਤਸ਼ਾਹ ਜੀ ਨੇ ਇਸਤਰੀ ਦੀ ਮਹੱਤਤਾ ਦਰਸਾਉਂਦੇ ਹੋਏ ਆਖਿਆ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। 1504 ਈਸਵੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਅਤੇ ਜੀਜਾ ਭਾਈ ਜੈ ਰਾਮ ਜੀ ਪਾਸ ਸੁਲਤਾਨਪੁਰ ਚਲੇ ਗਏ ਤੇ ਉੱਥੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਕਿਰਤ ਕੀਤੀ। ਸੁਲਤਾਨਪੁਰ ਰਹਿੰਦਿਆਂ ਹੀ ਇੱਕ ਦਿਨ ਆਪ ਜੀ ਨਦੀ ਵਿੱਚ ਅਲੋਪ ਹੋ ਗਏ ਤੇ ਤੀਜੇ ਦਿਨ ਪ੍ਰਗਟ ਹੋ ਕੇ ਆਪ ਜੀ ਨੇ ਫਰਮਾਇਆ, ਨਾ ਕੋ ਹਿੰਦੂ ਨਾ ਮੁਸਲਮਾਨ, ਭਾਵ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੈ, ਸਗੋਂ ਸਭ ਇੱਕੋ ਹੀ ਪਰਮਾਤਮਾ ਦੀ ਸੰਤਾਨ ਹਨ। ਕਾਜ਼ੀਆਂ ਦੇ ਇਹ ਪੁੱਛਣ ਤੇ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤਾਂ ਵੀ ਗੁਰੂ ਜੀ ਨੇ ਜੋ ਉੱਤਰ ਦਿੱਤਾ ਉਸ ਨੂੰ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਇੰਜ ਬਿਆਨ ਕਰਦੇ ਹਨ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਜੋ ਦੋਨੋਂ ਰੋਈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ ਵੇਲੇ ਕਈ ਐਸੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਨ੍ਹਾਂ ਤੋਂ ਸਾਨੂੰ ਬਿਨਾਂ ਕਿਸੇ ਵਿਤਕਰੇ ਦੇ ਸਹੀ ਜੀਵਨ ਜਾਚ ਸਿੱਖਣ ਨੂੰ ਮਿਲਦੀ ਹੈ ਤੇ ਸੱਚੇ ਦਿਲੋਂ ਉਸ ਅਕਾਲ ਪੁਰਖ ਦੀ ਆਰਾਧਨਾ ਦਾ ਗਿਆਨ ਵੀ ਪ੍ਰਾਪਤ ਹੁੰਦਾ ਹੈ। ਜਿਵੇਂ ਐਮਨਾਬਾਦ ਵਿੱਚ ਗੁਰੂ ਜੀ ਨੇ ਮਲਕ ਭਾਗੋ ਨੂੰ ਪਾਪ ਤੇ ਹੇਰਾ ਫੇਰੀ ਨਾਲ ਕਮਾਈ ਕਰਨੋਂ ਹਟਾਇਆ ਤੇ ਭਾਈ ਲਾਲੋ ਜੀ ਦੀ ਸੱਚੀ ਸੁੱਚੀ ਕਿਰਤ ਨੂੰ ਅਪਣਾਉਂਦੇ ਹੋਏ ਉਹਨਾਂ ਨੂੰ ਆਪਣਾ ਸਿੱਖ ਬਣਾਇਆ। ਹਰਿਦੁਆਰ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਸੂਰਜ ਨੂੰ ਪਾਣੀ ਦੇਣ ਤੋਂ ਵਰਜਿਆ ਤੇ ਜਾਤ ਪਾਤ ਦਾ ਵਿਤਕਰਾ ਤਿਆਗਣ ਦਾ ਉਪਦੇਸ਼ ਦੇ ਕੇ ਵੈਸ਼ਨਵ ਪਾਂਡੇ ਨੂੰ ਸਮਝਾਇਆ ਕਿ ਪ੍ਰਭੂ ਦੇ ਪੈਦਾ ਕੀਤੇ ਮਨੁੱਖ ਨੀਚ ਨਹੀਂ ਹਨ, ਸਗੋਂ ਨੀਚ ਤਾਂ ਮਨੁੱਖ ਦੇ ਵਿਚਾਰ ਤੇ ਕਰਮ ਹਨ। ਗੋਰਖ ਮਤੇ ਵਿੱਚ ਗੁਰੂ ਜੀ ਨੇ ਜੋਗੀਆਂ ਨੂੰ ਭੇਖ ਧਾਰਨ ਕਰਨ, ਸਮਾਧੀਆਂ ਲਾਉਣ, ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਆਦਿ ਕਰਮਾਂ ਤੋਂ ਹਟਾ ਕੇ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਪ੍ਰੇਰਨਾ ਦਿੱਤੀ ਤੇ ਗੁਰੂ ਜੀ ਦੇ ਪ੍ਰਚਾਰ ਸਦਕਾ ਹੀ ਗੋਰਖ ਮਤਾ ਬਦਲ ਕੇ ਨਾਨਕ ਮਤਾ ਬਣ ਗਿਆ। ਅਲਾਹਾਬਾਦ, ਜਿਹਨੂੰ ਪ੍ਰਯਾਗ ਵੀ ਕਿਹਾ ਜਾਂਦਾ ਹੈ, ਉੱਥੇ ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਮਨ ਤੋਂ ਵਿਕਾਰਾਂ ਦੀ ਮੈਲ ਤੀਰਥ ਇਸ਼ਨਾਨ ਅਤੇ ਦਾਨ ਪੁੰਨ ਕਰਨ ਨਾਲ ਨਹੀਂ, ਸਗੋਂ ਗੁਰੂ ਰੂਪੀ ਨਦੀ ਵਿੱਚ ਇਸ਼ਨਾਨ ਕਰਨ ਨਾਲ ਉਤਰਦੀ ਹੈ। ਬਨਾਰਸ ਵਿਖੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਕਿਸੇ ਖਾਸ ਥਾਂ ਤੇ ਰਹਿਣ ਨਾਲ ਮੁਕਤੀ ਨਹੀਂ ਮਿਲਦੀ, ਸਗੋਂ ਮੁਕਤੀ ਤਾਂ ਚੰਗੇ ਕਰਮਾਂ ਤੇ ਪ੍ਰਭੂ ਦੇ ਨਾਮ ਸਿਮਰਨ ਨਾਲ ਮਿਲਦੀ ਹੈ। ਇੱਥੇ ਗੁਰੂ ਜੀ ਨੇ ਲੋਕਾਂ ਨੂੰ ਇਹ ਵੀ ਸਮਝਾਇਆ ਕਿ ਧਾਰਮਿਕ ਪਹਿਰਾਵਾ ਜਾਂ ਧਾਰਮਿਕ ਚਿੰਨ੍ਹ ਧਾਰਨ ਕਰਨਾ ਕੇਵਲ ਇੱਕ ਮਨੁੱਖ ਦੀ ਬਾਹਰ ਮੁਖੀ ਨਿਸ਼ਾਨੀ ਹੈ। ਅਸਲੀ ਮਨੁੱਖ ਜਾਂ ਅਸਲੀ ਬ੍ਰਾਹਮਣ ਤਾਂ ਉਹ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ, ਭਾਵ ਸੱਚੇ ਦਿਲੋਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਗਿਆ ਵਿਖੇ ਗੁਰੂ ਜੀ ਨੇ ਲੋਕਾਂ ਨੂੰ ਪਿਤਰਾਂ ਦੀ ਮੁਕਤੀ ਲਈ ਕੀਤੇ ਕਰਮ ਕਾਂਡਾਂ ਤੋਂ ਵਰਜਿਆ। ਜਗਨਨਾਥਪੁਰੀ ਵਿਖੇ ਗੁਰੂ ਜੀ ਨੇ ਗਗਨ ਮੈਂ ਥਾਲ ਰਵ ਦੁਆਰਾ ਪ੍ਰਭੂ ਦੀ ਸੱਚੀ ਆਰਤੀ ਕਰਨ ਦਾ ਤਰੀਕਾ ਦੱਸਿਆ। ਮਥੁਰਾ ਵਿਖੇ ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਕਲਯੁਗ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਜਿਹੜੇ ਲੋਕ ਭੈੜੇ ਕਰਮ ਕਰਕੇ ਉਹਨਾਂ ਕਰਮਾਂ ਨੂੰ ਕਲਯੁਗ ਦਾ ਪ੍ਰਭਾਵ ਦੱਸਦੇ ਹਨ ਤਾਂ ਉਹ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਦਿੱਲੀ ਵਿਖੇ ਮਜਨੂ ਭਗਤ ਅਤੇ ਪਾਣੀਪਤ ਵਿਖੇ ਸ਼ੇਖ ਤਾਹਰ ਨੂੰ ਗੁਰੂ ਜੀ ਨੇ ਪ੍ਰਭੂ ਦਾ ਸੱਚਾ ਗਿਆਨ ਬਖਸ਼ਿਆ। ਕੁਰੂਕਸ਼ੇਤਰ ਵਿਖੇ ਗੁਰੂ ਜੀ ਨੇ ਲੋਕਾਂ ਨੂੰ ਸੂਰਜ ਗ੍ਰਹਿਣ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਸੁਮੇਰ ਪਰਬਤ ਤੇ ਜਾ ਕੇ ਗੁਰੂ ਜੀ ਨੇ ਸਿੱਧ ਜੋਗੀਆਂ ਨੂੰ ਸਮਝਾਇਆ ਕਿ ਘਰ-ਬਾਰ ਛੱਡ ਕੇ ਪਹਾੜਾਂ ਤੇ ਰਹਿਣਾ ਇਹ ਕੋਈ ਧਰਮ ਦਾ ਰਾਹ ਨਹੀਂ ਹੈ, ਸਗੋਂ ਆਪਣੇ ਪਰਿਵਾਰ ਵਿੱਚ ਰਹਿ ਕੇ ਪਰਿਵਾਰਕ ਫਰਜ਼ ਨਿਭਾਉਂਦਿਆਂ ਮਨ ਨੂੰ ਪ੍ਰਭੂ ਦੀ ਭਗਤੀ ਵਿੱਚ ਜੋੜੀ ਰੱਖਣਾ, ਵਿਕਾਰਾਂ ਤੋਂ ਬਚਾਉਣਾ ਤੇ ਸਮਾਜ ਸੇਵਾ ਕਰਨਾ ਹੀ ਅਸਲ ਧਰਮ ਹੈ। ਸਿੱਧਾਂ ਨਾਲ ਗੁਰੂ ਪਾਤਸ਼ਾਹ ਜੀ ਦੀ ਲੰਮੀ ਗੋਸ਼ਟ ਹੋਈ, ਜੋ ਕਿ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਸਿੱਧ ਗੋਸ਼ਟ ਬਾਣੀ ਦੇ ਨਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਕਸ਼ਮੀਰ ਦੇ ਇਲਾਕੇ ਮਟਨ ਵਿੱਚ ਗੁਰੂ ਸਾਹਿਬ ਜੀ ਨੇ ਪੰਡਿਤ ਬ੍ਰਹਮਦੱਤ ਨੂੰ ਵਿਦਿਆ ਦਾ ਹੰਕਾਰ ਤਿਆਗਣ ਦੇ ਨਾਲ ਇਹ ਵੀ ਸਮਝਾਇਆ ਕਿ ਕੇਵਲ ਧਾਰਮਿਕ ਗ੍ਰੰਥ ਪੜ੍ਹਨ ਤੇ ਲੋਕਾਂ ਨਾਲ ਬਹਿਸ ਕਰਨ ਨਾਲ ਪ੍ਰਭੂ ਦੀ ਖੁਸ਼ੀ ਨਹੀਂ ਹੁੰਦੀ,
परमात्मा ते प्रेमा भगती ते ही रीझदा है। अपनी आखिरी उदासी वेले गुरु साहब जी ने पाक पटन तो बाबा शेख फरीद जी की गद्दी ते बैठे शेख ब्रह्म जी पासों बाबा फरीद जी की बाणी प्राप्त की ते इस तो बाद तुलंबे वल गए, जिथे सज्जन नां दे मनुख नूं धार्मिक पेख बना के लोकां नूं लुट्टण तो हटाया अते धर्म प्रचार दे कम लाया। मक्के जाके गुरु जी ने समझाया कि परमात्मा सर्व व्यापक है, वो किसी धर्म स्थान तक ही सीमित नहीं है। बगदाद विच लोकां नूं राग ते संगीत दी महिमा दसदे होए गुरु जी ने फरमाया कि कीर्तन प्रभु उस्तति दा एक बहुत उत्तम साधन है। हसन अब्दाल विखे आप जी ने वली कंधारी दा हंकार तोड़िया। जदों गुरु जी एमनाबाद पुजे तां समकालीन बादशाह बाबर ने फौजां नाल हमला कर दिता। उसने लोकां नूं कतल कीता, लुट मचाई, जिस कारण गुरु जी ने बाबर नूं जाबर ते उस दी फौज नूं पाप दी जंज आख्या। हमले तो बाद बाबर ने गुरु जी नूं भी बंदी बना लिया। बाबर दे हमले बारे जिक्र करदियां गुरु साहब जी ने 4 शब्द उच्चारण कीते जिन्हां नूं बाबर वाणी आख्या जाता है। गुरु साहब जी ने इन्हां शब्दां विच रब दे न्याय उत्ते विश्वास अते अखीर बुराई उत्ते चंगियाई दी जित दी गल कीती है। श्री गुरु नानक पातशाह जी ने अपनी पहली उदासी दे अखीर विच ही रावी दरिया दे किनारे करतारपुर नां दा एक नगर वसाया सी ते अपनी चारों उदासियां दे मगरों आप जी इत्थे ही आके वस गए अते अपनी दुनियावी उम्र दे आखिरी 18 साल इत्थे ही रह के सवेरे शाम संगतां नूं उपदेश देंदे, कीर्तन करदे अते अपने लाए नवें बूटे भाव सिख धर्म बारे लोकां नूं दसदे। इस तरह करतारपुर साहिब सिख धर्म का मुख केंद्र बन गया, जो कि 1947 की वंड तो बाद लैंदे पंजाब के हिस्से आया। दिन वेले गुरु जी खेतां विच जाके किरत करया करदे सन। इत्थों ही आप जी पंजाब भर विच धर्म प्रचार लई जांदे रहिंदे सन। इन्हां प्रचारक फेरियां विच ही आप जी ने बटाले दे कोल अचल विखे जोगियां नाल चर्चा कर उदासी पेख छड्ड गृहस्थी जीवन धारण करन दे महत्व बारे समझाया। इस उपरंत पिंड कत्थू नंगल विखे बालक बूढ़ा जी का श्री गुरु नानक पातशाह जी नाल मेल होया, जो मगरों ब्रह्म ज्ञानी बाबा बुढ़ा जी करके प्रसिद्ध होए ते जिन्हां नूं दूजे गुरु पिता जी श्री गुरु अंगद देव जी तो लैके 6वें पातशाह श्री गुरु हरगोबिंद साहिब जी तक गुरियाई दा तिलक लगाउण दी महान सेवा प्राप्त हुई ते उन्हां नूं सचखंड श्री दरबार साहिब अमृतसर दे सब तो पहले ग्रंथी होण दा माण भी प्राप्त है। करतारपुर साहिब विखे ही भाई लैणा जी श्री गुरु नानक पातशाह जी की शरण विच आए, जो कि देवी दे उपासक सन, पर गुरु जी के दर्शन मात्र नाल ही भाई लैणा जी ने कर्मकांडी जीवन त्याग के सिੱਖੀ अपना लई। गुरु जी द्वारा लईयां गईयां कठिन तो कठिन परीक्षावां भी पास कीतियां, जिस सदका श्री गुरु नानक पातशाह जी ने भाई लैणा जी नूं अपना ही अंग बना उन्हां नूं अंगद नां दे दिता ते 1539 ईस्वी विच अपने ज्योति जोत समाउण तो कुछ दिन पहला ही गुरगद्दी की जिम्मेवारी अंगद जी नूं सौंप के सिखां दे दूजे गुरु श्री गुरु अंगद देव जी बना दिता। श्री गुरु नानक पातशाह जी ने श्री गुरु अंगद देव जी नूं दूजे नानक थाप के अपने बराबर स्थान दे के अपनी जोत उन्हां विच बिराजमान करके ये दर्शा दिता कि गुरगद्दी का उत्तराधिकारी कोई जन्म करके नहीं सगों अपने गुणा करके हुंदा है। सिख इतिहास नाल जुड़िया सब तो पहला अस्थान ਅਤੇ गुरु नानक पातशाह जी का जन्म अस्थान गुरुद्वारा श्री ननकाना साहिब, जो कि हुण पाकिस्तान विच सुभायमान है। इस थां दा पहला नां राय भोए दी तलवंडी सी। तलवंडी पिंड के आस पास गुरु नानक पातशाह जी नाल संबंधित होर भी कई गुरु घर सुभायमान हैं, जिवें क्यारा साहिब, तंबू साहिब, पट्टी साहिब, बाल लीला अते मालजी साहिब। श्री गुरु नानक पातशाह जी नाल संबंधित गुरु घर विच गुरुद्वारा सच्चा सौदा, गुरुद्वारा पंजा साहिब हसन अब्दाल अते गुरुद्वारा दरबार साहिब करतारपुर साहिब भी बहुत वड्डी इतिहासक महत्ता रखते हैं, जो हुण लैंदे पंजाब विच हन। वाहिगुरू जी का खालसा, वाहिगुरू जी की फतेह।